ਨਾਲ ਲਿਬੜਿਆ, ਮਨ ਦੇ ਅੰਦਰ ਵਿਕਾਰ ਹੈ ਤੇ ਤੀਰਥਾਂ ਤੇ ਨਹਾਉਣ ਦਾ ਕੋਈ ਲਾਭ ਨਹੀਂ, ਕਿਉਂਕਿ ਬਾਹਰੋਂ ਸਰੀਰ ਤੇ ਘੱਟਾ ਮਿੱਟੀ ਤੇ ਲੱਥ ਸਕਦਾ ਹੈ, ਪਰ ਜਿਹੜਾ ਮਨ ਦੇ ਉੱਪਰ ਵਿਕਾਰ ਜਿਹੜੇ ਲੱਗੇ ਹੋਏ ਨੇ, ਮਨ ਦੇ ਅੰਦਰ ਜਿਹੜੀ ਮਾੜੀ ਸੋਚ ਹੈ, ਉਹ ਕੇਵਲ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਬਦਲੀ ਜਾ ਸਕਦੀ ਹੈ। ਇਹ ਨਹੀਂ ਵੀ ਕੋਈ ਤੀਰਥ ਇਸ਼ਨਾਨ ਤੋਂ ਬਦਲਣ ਦੇ ਨਾਲ ਜਿਹੜਾ ਮਨ ਬਦਲ ਜਾਵੇਗਾ। ਬਦਲਣੇ ਮਨ ਦੇ ਵਿਚਾਰ ਨੇ। ਜਿੰਨੀ ਦੇਰ ਤੱਕ ਤੁਸੀਂ ਆਪਣੇ ਮਨ ਦੇ ਵਿਚਾਰ ਨਹੀਂ ਬਦਲਦੇ, ਉਨੀ ਦੇਰ ਤੱਕ ਭਾਵੇਂ ਜਿੰਨੇ ਮਰਜ਼ੀ ਧਾਰਮਿਕ ਸਥਾਨ ਬਦਲ ਲਈਏ, ਜਿੰਨੀਆਂ ਮਰਜ਼ੀ ਜਗ੍ਹਾ ਬਦਲ ਲਈਏ, ਬੰਦੇ ਨੂੰ ਕੋਈ ਲਾਭ ਨਹੀਂ। ਇਸ ਲਈ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਕਾਇਆ ਜਿਹੜਾ ਸਰੀਰ ਹੈ, ਇਹ ਵਿਕਾਰਾਂ ਦੇ ਨਾਲ ਲਿਬੜਿਆ ਹੋਇਆ ਹੈ। ਮਨ ਦੇ ਅੰਦਰ ਕਈ ਤਰ੍ਹਾਂ ਦੇ ਵਿਕਾਰ ਨੇ, ਮਾੜੀ ਸੋਚ ਹੈ, ਤੇ ਤੀਰਥਾਂ ਤੇ ਨਹਾਉਣ ਦੇ ਨਾਲ ਕੋਈ ਲਾਭ ਨਹੀਂ। ਨਹਾਤਾ ਸੋ ਪ੍ਰਵਾਨ ਸੱਚ ਕਮਾਈ ਹੈ। ਅਸਲ ਦੇ ਵਿੱਚ ਉਹਦਾ ਨਹਾਤਾ ਹੋਇਆ ਸਫਲ ਹੈ, ਉਹ ਨਹਾਤਾ ਹੋਇਆ ਗੁਰੂ ਦੇ ਦਰ ਤੇ ਪ੍ਰਵਾਨ ਹੈ, ਜਿਹਨੇ ਆਪਣੀ ਜ਼ਿੰਦਗੀ ਦਾ ਆਧਾਰ ਪਰਮੇਸ਼ਰ ਦੇ ਸੱਚੇ ਨਾਮ ਨੂੰ ਬਣਾ ਲਿਆ। ਜਿਹੜਾ ਸੱਚ ਤੇ ਪਹਿਰਾ ਦੇਣ ਲੱਗ ਪਿਆ, ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਸ਼ੁਰੂ ਕਰ ਦਿੱਤਾ, ਸੱਚੇ ਨਾਮ ਦੇ ਨਾਲ ਜਿਹੜਾ ਜੁੜ ਗਿਆ, ਸਾਹਿਬ ਜੀ ਕਿਰਪਾ ਕਰਦੇ, ਜਿਹਨੇ ਸੱਚ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ, ਸੱਚ ਨੂੰ ਆਧਾਰ ਬਣਾ ਲਿਆ, ਉਹਦਾ ਨਾਤਾ ਹੋਇਆ ਪ੍ਰਵਾਨ ਹੈ। ਜਬ ਸਾਚ ਅੰਦਰ ਹੋਏ ਸਾਚਾ, ਜਦੋਂ ਤੇਰੇ ਮਨ ਦੇ ਅੰਦਰ ਉਹ ਪਰਮਾਤਮਾ ਦਾ ਸੱਚਾ ਨਾਮ ਹੋਵੇਗਾ, ਤਾਮ ਸਾਚਾ ਪਾਈਏ, ਤਾਂ ਹੀ ਉਸ ਸੱਚੇ ਦੀ ਪ੍ਰਾਪਤੀ ਹੋ ਸਕਦੀ। ਕਿਉਂਕਿ ਮਨ ਦੇ ਅੰਦਰ ਤੇ ਕਈ ਤਰ੍ਹਾਂ ਦੇ ਝੂਠ, ਠੱਗੀਆਂ, ਫਰੇਬ, ਵਕਾਰ, ਮਾੜੀ ਸੋਚ ਜਿਹੜੀ ਹੈ ਉਹ ਵਸੀ ਹੋਈ ਹੈ। ਕਈ ਵਾਰੀ ਬੰਦਾ ਬਾਹਰੋਂ ਕਹਿੰਦਾ ਮੈਂ ਆਪਣੇ ਆਪ ਨੂੰ ਬਦਲ ਲਿਆ, ਪਰ ਮਨ ਜਿਹੜਾ ਵਾ ਉਹ ਉੱਥੇ ਦਾ ਉੱਥੇ ਹੀ ਟਿਕਿਆ। ਮਨ ਦੇ ਅੰਦਰ ਵਿਕਾਰ ਉਸੇ ਤਰ੍ਹਾਂ ਹੀ ਹੈ। ਸਤਿਗੁਰੂ ਜੀ ਕਿਰਪਾ ਕਰਦੇ, ਜਿੰਨੀ ਦੇਰ ਤੱਕ ਤੇਰੇ ਅੰਦਰ ਉਹ ਸੱਚ ਨਹੀਂ ਵਸਦਾ, ਤੇਰੇ ਮਨ ਦੇ ਅੰਦਰ ਜਿੰਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਨਹੀਂ ਵਸਦਾ, ਓਨੀ ਦੇਰ ਤੱਕ ਤੂੰ ਉਹ ਸੱਚੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਲਿਖੇ ਬਾਝੋਂ ਸੁਰਤ ਨਾਹੀ, ਲਿਖੇ ਦਾ ਅਰਥ ਹੈ ਹੁਕਮ। ਜਿੰਨੀ ਦੇਰ ਤੱਕ ਤੂੰ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਨਹੀਂ, ਜਾਣਦਾ ਨਹੀਂ, ਜਿੰਨੀ ਦੇਰ ਤੱਕ ਉਹਦੇ ਹੁਕਮ ਨੂੰ ਜ਼ਿੰਦਗੀ ਦੇ ਵਿੱਚ ਕਮਾਉਂਦਾ ਨਹੀਂ, ਉਹਦੇ ਹੁਕਮ ਦੇ ਮੁਤਾਬਕ ਜ਼ਿੰਦਗੀ ਨਹੀਂ ਜਿਉਂਦਾ, ਉਨੀ ਦੇਰ ਸਾਹਿਬ ਕਹਿੰਦੇ ਤੈਨੂੰ ਸੁਰਤ ਭਾਵ ਕਿ ਤੇਰੇ ਅੰਦਰ ਚੰਗੇ ਵਿਚਾਰ ਨਹੀਂ ਆ ਸਕਦੇ, ਚੰਗੀ ਸੋਚ ਨਹੀਂ ਹੋ ਸਕਦੀ, ਤੇਰੀ ਸੁਰਤ ਬਦਲ ਨਹੀਂ ਸਕਦੀ। ਤੇਰੀ ਸੁਰਤ ਉਦੋਂ ਬਦਲੇਗੀ ਜਦੋਂ ਰੱਬ ਦੇ ਹੁਕਮ ਦੇ ਅੰਦਰ ਚੱਲਣਾ ਸ਼ੁਰੂ ਕਰ ਦੇਵੇਂਗਾ। ਮਰੀਜ਼ ਕਦੋਂ ਠੀਕ ਹੋਵੇਗਾ? ਜਦੋਂ ਉਹ ਡਾਕਟਰ ਦੀ ਹਰ ਸਲਾਹ ਨੂੰ ਮੰਨੇਗਾ, ਫੇਰ ਹੀ ਉਹ ਰੋਗ ਤੋਂ ਨਿਜਾਤ ਪਾ ਸਕਦਾ ਹੈ। ਜਿਹੜਾ ਮਰੀਜ਼ ਡਾਕਟਰ ਦੀ ਹਰ ਗੱਲ ਨੂੰ ਮੰਨਦਾ ਹੈ, ਉਹਦੇ ਦਿੱਤੇ ਹੋਏ ਸਮੇਂ ਦੇ ਮੁਤਾਬਕ ਦਵਾਈ ਨੂੰ ਖਾਂਦਾ ਹੈ, ਉਹ ਇੱਕ ਦਿਨ ਤੰਦਰੁਸਤ ਹੋ ਜਾਂਦਾ ਹੈ। ਇਸੇ ਤਰ੍ਹਾਂ ਉਹੀ ਬੱਚਾ ਜਿਹੜਾ ਵਾ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ, ਜਿਹੜਾ ਆਪਣੇ ਉਸਤਾਦ ਦੀ ਹਰ ਗੱਲ ਨੂੰ ਮੰਨਦਾ ਹੈ। ਆਪਣੀ ਉਸਤਾਦ ਦੀ ਹਰ ਗੱਲ ਨੂੰ ਮੰਨਿਆ, ਉਹਨੂੰ ਜ਼ਿੰਦਗੀ ਦਾ ਆਧਾਰ ਬਣਾਇਆ, ਤੇ ਇੱਕ ਦਿਨ ਉਹ ਕਾਮਯਾਬ ਇਨਸਾਨ ਬਣ ਗਿਆ। ਇਸੇ ਤਰ੍ਹਾਂ ਹੀ ਜਿਹੜਾ ਸਿੱਖ ਆਪਣੇ ਗੁਰੂ ਦੀ ਗੱਲ ਨੂੰ ਮੰਨਦਾ ਹੈ, ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਗੁਰੂ ਦੀ ਰਜ਼ਾ ਦੇ ਵਿੱਚ ਚੱਲਦਾ ਹੈ, ਗੁਰੂ ਦੀ ਆਗਿਆ ਦੇ ਮੁਤਾਬਕ ਜ਼ਿੰਦਗੀ ਨੂੰ ਜਿਉਂਦਾ ਹੈ, ਸਾਹਿਬ ਕਹਿੰਦੇ ਉਹਦੀ ਵੀ ਉੱਚੀ ਸੁਰਤ ਹੋ ਜਾਂਦੀ, ਉਹਦੇ ਉੱਚੇ ਤੇ ਸੁੱਚੇ ਵਿਚਾਰ ਹੋ ਜਾਂਦੇ ਨੇ। ਬੋਲ ਬੋਲ ਗਵਾਈ ਹੈ। ਨਹੀਂ ਤੇ ਬੰਦਾ ਐਵੇਂ ਆਪਣੇ ਆਪ ਜਿਹੜਾ ਵਾ ਕਈ ਤਰ੍ਹਾਂ ਦੇ ਬੋਲ ਬੋਲ ਕੇ ਵੀ ਰੱਬ ਦਾ ਪਤਾ ਨਹੀਂ ਸਾਡੇ ਨਾਲ ਕੀ ਬਹਿ ਰਿਹਾ ਹੈ। ਬੰਦਾ ਇਹੋ ਜਿਹੇ ਬੋਲ ਹੀ ਬੋਲਦਾ ਹੈ ਨਾ ਵੀ ਪਤਾ ਨਹੀਂ ਰੱਬ ਸਾਡੇ 'ਤੇ ਕਿਉਂ ਨਹੀਂ ਕਿਰਪਾ ਕਰਦਾ, ਰੱਬ ਸਾਡਾ ਕਿਉਂ ਵੈਰੀ ਹੈ। ਰੱਬ ਕਿਸੇ ਦਾ ਨਹੀਂ ਵੈਰੀ, ਵੈਰੀ ਬੰਦੇ ਦੇ ਆਪਣੇ ਐਬ ਹੈ, ਆਪਣੇ ਵਿਕਾਰ ਨੇ। ਜਿੰਨੀ ਦੇਰ ਤੱਕ ਅਸੀਂ ਰੱਬ ਦੇ ਹੁਕਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਉਂਦੇ, ਓਨੀ ਦੇਰ ਤੱਕ ਅਸੀਂ ਜਿੰਨਾ ਮਰਜ਼ੀ ਬੋਲੀ ਜਾਈਏ, ਬੋਲ ਬੋਲ ਕੇ ਆਪਣਾ ਆਪ ਗਵਾਉਣਾ ਹੀ ਹੈ। ਭਾਵ ਕਿ ਉਹ ਰੱਬ ਬੋਲਣ ਦੇ ਨਾਲ ਨਹੀਂ ਰੀਝਦਾ, ਉਹ ਉਦੋਂ ਖੁਸ਼ ਹੁੰਦਾ ਜਦੋਂ ਅਸੀਂ ਉਹਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ। ਜਿੱਥੇ ਜਾਏ ਬਹੀਐ ਭਲਾ ਕਹੀਐ, ਸਾਹਿਬ ਕਹਿੰਦੇ ਜਿੱਥੇ ਵੀ ਜਾਵੇਂ ਉੱਥੇ ਉਸ ਪਰਮਾਤਮਾ ਦਾ ਸਿਮਰਨ ਕਰ, ਉਹਦੇ ਹੁਕਮ ਨੂੰ ਮੰਨ, ਉਹਦੀ ਰਜ਼ਾ ਦੇ ਵਿੱਚ ਚੱਲ। ਸੁਰਤ ਸ਼ਬਦ ਲਿਖਾਈ ਹੈ, ਆਪਣੀ ਸੁਰਤ ਦੇ ਉੱਪਰ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਗਿਆਨ ਨੂੰ ਲਿਖਣਾ ਕਰ। ਗੁਰੂ ਦੇ ਚੰਗੇ ਗੁਣਾਂ ਨੂੰ ਆਪਣੀ ਸੁਰਤ ਦੇ ਉੱਪਰ ਲਿਖ। ਕਾਇਆ ਕੂੜ ਵਿਗਾੜ ਕਾਹੇ ਨਾਈਏ, ਜੇ ਆਪਣੀ ਸੁਰਤ ਦੇ ਉੱਪਰ ਗੁਰੂ ਸ਼ਬਦ ਨੂੰ ਨਹੀਂ ਲਿਖਿਆ, ਚੰਗੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ, ਤੇ ਬਾਣੀ ਵੀ ਪੜ੍ਹੀ ਗਏ, ਵਕਾਰ ਵੀ ਕਰੀ ਗਏ, ਮਾੜੀ ਸੋਚ ਵੀ ਰੱਖੀ,
ਤੇ ਫਿਰ ਸਾਹਿਬ ਕਹਿੰਦੇ ਆ ਵੀ ਕਾਇਆ ਜਿਹੜੀ ਹੈ ਉਹ ਤੇ ਕੂੜ ਦੇ ਨਾਲ, ਝੂਠ ਦੇ ਨਾਲ, ਵਿਕਾਰਾਂ ਦੇ ਨਾਲ ਲਿਬੜੀ ਹੋਈ ਹੈ, ਤੇ ਤੇਰਾ ਤੀਰਥਾਂ ਦੇ ਉੱਪਰ ਨਹਾਉਣ ਦਾ ਕੋਈ ਲਾਭ ਨਹੀਂ। ਲੋਕ ਤੇ ਕਹਿ ਸਕਦੇ ਆ ਵੀ ਇਹਨੇ ਬੜੇ ਤੀਰਥਾਂ ਤੇ ਇਸ਼ਨਾਨ ਕੀਤਾ ਹੈ। ਬਾਬੇ ਅਮਰਦਾਸ ਨੇ ਵੀ ਬੜੇ ਤੀਰਥਾਂ ਤੇ ਉੱਪਰ ਜਾ ਕੇ ਇਸ਼ਨਾਨ ਕੀਤੇ, ਪਰ ਉਸ ਮਹਾਂਪੁਰਖ ਦੇ ਨਾਲ ਮਿਲਾਪ ਜਦੋਂ ਹੋਇਆ, ਉਹਨੇ ਕਿਹਾ ਵੀ ਬਾਬਾ ਅਮਰਦਾਸ, ਤੀਰਥ ਜਿੰਨੇ ਮਰਜ਼ੀ ਨਹਾ, ਜਿੰਨੀ ਦੇਰ ਤੱਕ ਤੂੰ ਗੁਰੂ ਵਾਲਾ ਨਹੀਂ ਬਣਦਾ ਤੇਰਾ ਜੀਵਨ ਨਹੀਂ ਬਦਲ ਸਕਦਾ। ਬਾਬੇ ਅਮਰਦਾਸ ਨੂੰ ਉਸ ਮਹਾਤਮਾ ਦੀ ਕਹੀ ਹੋਈ ਗੱਲ ਨੇ ਉਹਦਾ ਜੀਵਨ ਬਦਲ ਕੇ ਰੱਖ ਦਿੱਤਾ। ਤੇ ਸਾਹਿਬ ਜੀ ਕਿਰਪਾ ਕਰਦੇ, ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਮਾਲਕ ਜੀ, ਜੋ ਤੁਸੀਂ ਮੇਰੇ ਕੋਲੋਂ ਕਹਾਇਆ, ਨਾਨਕ ਦਾਸ ਬੁਲਾਇਆ ਬੋਲੇ। ਜੋ ਤੁਸੀਂ ਮੇਰੇ ਕੋਲੋਂ ਕਹਾਇਆ ਹੈ, ਤੁਹਾਡੇ ਕਹੇ ਦੇ ਮੁਤਾਬਕ ਹੀ ਇਹ ਮੈਂ ਜਿਹੜਾ ਬੋਲੇ ਨੇ। ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਭਾਇਆ। ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਹੈ ਉਹ ਹੁਣ ਮੇਰੇ ਮਨ ਨੂੰ ਚੰਗਾ ਲੱਗਣ ਲੱਗ ਪਿਆ। ਜਦੋਂ ਬੰਦਾ ਰੱਬ ਦੇ ਹੁਕਮ ਦੇ ਵਿੱਚ, ਰੱਬ ਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਵੇ ਨਾ, ਵੀ ਜੋ ਵੀ ਹੋ ਰਿਹਾ ਮਾਲਕ ਦੇ ਹੁਕਮ ਦੇ ਅੰਦਰ ਹੈ, ਉਹਦੀ ਰਜ਼ਾ ਦੇ ਅੰਦਰ ਹੈ, ਉਹਦੇ ਭਾਣੇ ਦੇ ਅੰਦਰ ਹੈ, ਉਹਦੇ ਹੁਕਮ ਦੇ ਅੰਦਰ ਹੀ ਸਾਰਾ ਕੁਝ ਚੱਲਦਾ ਪਿਆ ਹੈ। ਜਦੋਂ ਉਹਦੀ ਰਜ਼ਾ ਜਿਹੜੀ ਚੰਗੀ ਲੱਗਣ ਲੱਗ ਪਈ, ਜੇ ਦੁੱਖ ਆਇਆ ਹੈ ਤੇ ਤਾਂ ਵੀ ਕਿਹਾ ਰੱਬ ਦੇ ਭਾਣੇ ਅੰਦਰ, ਜੇ ਸੁੱਖ ਹੈ ਤੇ ਤਾਂ ਵੀ ਕਿਹਾ ਉਹਦੀ ਕਿਰਪਾ ਹੈ। ਪਰ ਇੱਥੇ ਸਾਡਾ ਸੁਭਾਅ ਕੀ ਹੈ, ਜੇ ਦੁੱਖ ਆ ਜਾਵੇ ਕਹਿੰਦੇ ਰੱਬ ਨੇ ਦਿੱਤਾ ਹੈ, ਜੇ ਕਿਤੇ ਸੁੱਖ ਆ ਗਿਆ ਅਸੀਂ ਕਹਿੰਦੇ ਮੈਂ ਬੜੀ ਮਿਹਨਤ ਕੀਤੀ ਹੈ। ਇਹਦਾ ਮਤਲਬ ਵੀ ਰੱਬ ਸਾਰਿਆਂ ਨੂੰ ਦੁੱਖ ਹੀ ਦਿੰਦਾ, ਉਹ ਸੁੱਖ ਨਹੀਂ ਦਿੰਦਾ ਕਿਸੇ ਨੂੰ। ਜੇ ਤੇ ਸਾਡੀ ਜ਼ਿੰਦਗੀ ਵਿੱਚ ਸੁੱਖ ਹੈ, ਚੰਗੀ ਕੋਠੀ ਹੈ, ਚੰਗੀ ਪਰਮਾਤਮਾ ਨੇ ਗੱਡੀ ਦਿੱਤੀ ਹੈ, ਸਹੂਲਤਾਂ ਦਿੱਤੀਆਂ ਹੈ, ਫਿਰ ਬੰਦਾ ਕਹਿੰਦਾ ਮੈਂ ਬੜੀ ਮਿਹਨਤ ਕੀਤੀ ਹੈ। ਤੇ ਜੇ ਕਿਤੇ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ, ਬੰਦਾ ਹੱਡ ਭੰਡਵੀਂ ਮਿਹਨਤ ਕਰੇ, ਮਸੱਕਤ ਕਰੇ, ਮਸਾਂ ਹੀ ਘਰ ਦਾ ਗੁਜ਼ਾਰਾ ਚੱਲੇ, ਤੇ ਫਿਰ ਬੰਦਾ ਕਹਿੰਦਾ ਰੱਬ ਨੇ ਬੜਾ ਦੁਖੀ ਕੀਤਾ ਹੈ। ਬੜੀ ਮਿਹਨਤ ਕਰੀਦੀ ਪਰ ਕਮਾਈ 'ਚ ਬਰਕਤ ਨਹੀਂ ਪੈਂਦੀ। ਅਸਲ ਦੇ ਵਿੱਚ ਦੁੱਖ ਸੁੱਖ ਜਿਹੜੇ ਹੈ ਇਹ ਤੇਰੇ ਆਪਣੇ ਕੀਤੇ ਹੋਏ ਕਰਮਾਂ ਦੇ ਹੈ। ਜਿਹੋ ਜਿਹੇ ਤੂੰ ਕਰਮ ਕੀਤੇ ਉਹੋ ਜਿਹੇ ਤੈਨੂੰ ਭੋਗਣੇ ਪੈਣੇ ਹੈ। ਤੇ ਹਜੂਰ ਕਿਰਪਾ ਕਰਦੇ, ਇਸ ਕਰਕੇ ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਭਾਇਆ। ਜਦੋਂ ਉਹਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ, ਜਦੋਂ ਸਮਝ ਲੱਗ ਗਈ ਕਿ ਦੁੱਖ ਸੁੱਖ ਤੇਰੇ ਭਾਣੇ ਹੋਵੇ, ਜੇ ਸੁੱਖ ਹੈ ਤੇ ਉਹ ਵੀ ਤੇਰੀ ਕਿਰਪਾ ਹੈ, ਜੇ ਦੁੱਖ ਹੈ ਤੇ ਉਹ ਵੀ ਤੇਰੇ ਭਾਣੇ ਦੇ ਅੰਦਰ ਹੈ, ਤੇ ਫਿਰ ਸਾਹਿਬ ਕਹਿੰਦੇ ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਭਾਇਆ। ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਹੁਣ ਮੈਨੂੰ ਚੰਗਾ ਲੱਗਣ ਲੱਗ ਪਿਆ। ਤੇ ਸਾਹਿਬ ਕਿਰਪਾ ਕਰਦੇ, ਨਾਮ ਮੀਠਾ ਮਨਹਿ ਲਾਗਾ। ਪਰਮਾਤਮਾ ਦਾ ਜਿਹੜਾ ਨਾਮ ਸੀ, ਗੁਰੂ ਦਾ ਜਿਹੜਾ ਸ਼ਬਦ ਸੀ, ਗੁਰੂ ਦੀ ਜਿਹੜੀ ਬਾਣੀ ਸੀ, ਉਹ ਮਨ ਦੇ ਅੰਦਰ ਮਿੱਠੀ ਲੱਗਣ ਲੱਗ ਪਈ, ਚੰਗੀ ਲੱਗਣ ਲੱਗ ਪਈ। ਦੁੱਖ ਡੇਰਾ ਢਾਹਿਆ। ਤੇ ਜਦੋਂ ਗੁਰੂ ਦਾ ਸ਼ਬਦ ਚੰਗਾ ਲੱਗਣ ਲੱਗ ਪਿਆ, ਗੁਰੂ ਦੇ ਸ਼ਬਦ ਵਿੱਚ ਜਦੋਂ ਜੀਵਨ ਗੁਜ਼ਾਰਨਾ ਸ਼ੁਰੂ ਕਰ ਦਿੱਤਾ, ਫਿਰ ਦੁੱਖਾਂ ਦਾ ਡੇਰਾ ਸੀ ਉਹ ਚੁੱਕਿਆ ਗਿਆ, ਦੁੱਖ ਖਤਮ ਹੋ ਗਏ। ਜਿਹੜੇ ਮਰੀਜ਼ ਨੇ ਡਾਕਟਰ ਦੀ ਹਰ ਗੱਲ ਉਹਨੂੰ ਸਲਾਹ ਚੰਗੀ ਲੱਗੀ। ਹੁਣ ਡਾਕਟਰ ਕਵੇ ਵੀ ਆਹ ਤਲੀਆਂ ਚੀਜ਼ਾਂ ਨਹੀਂ ਖਾਣੀਆਂ, ਤੇ ਬੰਦਾ ਕਵੇ ਵੀ ਨਹੀਂ ਡਾਕਟਰ ਤੇ ਮੇਰਾ ਵੈਰੀ, ਮੈਂ ਤੇ ਘਰ ਜਾ ਕੇ ਖਾਊਂਗਾ, ਆਪਾਂ ਤੇ ਪਰੌਂਠੇ ਖਾਣੇ ਹੀ ਖਾਣੇ ਆ। ਡਾਕਟਰ ਕਵੇ ਵੀ ਤੂੰ ਆਹ ਸ਼ੂਗਰ ਤੈਨੂੰ ਜ਼ਿਆਦਾ ਮਿੱਠਾ ਨਹੀਂ ਖਾਣਾ, ਆਪਾਂ ਕਹੀਏ ਵੀ ਨਹੀਂ ਮੈਂ ਤੇ ਮਿੱਠੇ ਤੋਂ ਬਿਨਾਂ ਬਚਦਾ ਨਹੀਂ। ਫਿਰ ਉਹ ਠੀਕ ਥੋੜ੍ਹਾ ਹੋਵੇਗਾ। ਜਿਹਨੂੰ ਡਾਕਟਰ ਦੀਆਂ ਗੱਲਾਂ ਚੰਗੀਆਂ ਲੱਗਣ ਲੱਗ ਪਈਆਂ, ਡਾਕਟਰ ਦੀ ਸਲਾਹ ਚੰਗੀ ਲੱਗਣ ਲੱਗ ਪਈ ਵੀ ਇਹ ਮੇਰੇ ਫਾਇਦੇ ਦੀ ਸਲਾਹ ਦੇ ਰਿਹਾ ਹੈ, ਇਹਦੇ ਨਾਲ ਮੇਰੀ ਜ਼ਿੰਦਗੀ ਬਚ ਸਕਦੀ ਹੈ। ਤੇ ਹੁਣ ਡਾਕਟਰ ਦੀ ਜਦੋਂ ਹਰ ਸਲਾਹ ਚੰਗੀ ਲੱਗਣ ਲੱਗ ਪਈ, ਉਹਦੀ ਸਲਾਹ ਨੂੰ ਮੰਨਿਆ, ਤੇ ਫਿਰ ਦੁੱਖ ਦਾ ਡੇਰਾ ਜਿਹੜਾ ਸੀ ਉਹ ਟੱਟ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦਾ ਹੁਕਮ ਮੰਨਦੇ ਹਾਂ, ਜਦੋਂ ਸਾਨੂੰ ਗੁਰੂ ਦੀ ਰਜ਼ਾ ਚੰਗੀ ਲੱਗਣ ਲੱਗ ਪਈ, ਜਿਹੜੇ ਕੰਮਾਂ ਤੋਂ ਗੁਰੂ ਨੇ ਰੋਕਿਆ ਉਹਨਾਂ ਕੰਮਾਂ ਤੋਂ ਅਸੀਂ ਹਟ ਕੇ ਸੱਚ ਦੇ ਮਾਰਗ 'ਤੇ ਚੱਲ ਪਏ। ਸੱਚ ਦੇ ਰਸਤੇ 'ਤੇ ਜਦੋਂ ਅਸੀਂ ਚੱਲਣਾ ਸ਼ੁਰੂ ਕਰ ਦਿੱਤਾ, ਗੁਰੂ ਦਾ ਦੱਸਿਆ ਹੋਇਆ ਮਾਰਗ ਜਦੋਂ ਸਾਨੂੰ ਚੰਗਾ ਲੱਗਣ ਲੱਗ ਪਿਆ, ਗੁਰੂ ਦੀ ਬਾਣੀ ਜਦੋਂ ਸਾਨੂੰ ਚੰਗੀ ਲੱਗਣ ਲੱਗ ਪਈ, ਗੁਰੂ ਦੀ ਬਾਣੀ ਵਿੱਚੋਂ ਜਦੋਂ ਰਸ ਆਉਣ ਲੱਗ ਪਿਆ, ਹਾਲੇ ਸਾਰੀ ਰਾਤ ਭਾਵੇਂ ਫੋਨ ਅਸੀਂ ਲੈ ਕੇ ਆਨਲਾਈਨ ਬੈਠੇ ਰਹੀਏ, ਪਰ ਜੇ ਗੁਰੂ ਦਾ ਸ਼ਬਦ ਹੈ ਉਦੋਂ ਕਿਤੇ 2 ਮਿੰਟ ਨਹੀਂ ਅਸੀਂ ਬੈਠ ਸਕਦੇ, ਕਿਉਂਕਿ ਹਾਲੇ ਸਾਨੂੰ ਦੁਨੀਆ ਦੀਆਂ ਗੱਲਾਂ ਚੰਗੀਆਂ ਲੱਗਦੀਆਂ, ਦੁਨੀਆ ਦੇ ਰਸ-ਕਸ ਚੰਗੇ ਲੱਗਦੇ ਹੈ, ਦੁਨੀਆਦਾਰੀ ਜਿਹੜੀ ਹੈ ਉਹ ਚੰਗੀ ਲੱਗਦੀ ਹੈ। ਪਰ ਜਦੋਂ ਗੁਰੂ ਦੀ ਬਾਣੀ ਵਿੱਚੋਂ ਰਸ ਆਉਣ ਲੱਗ ਪਿਆ, ਗੁਰੂ ਦੇ ਸ਼ਬਦ ਵਿੱਚੋਂ ਰਸ ਆਉਣ ਲੱਗ ਪਿਆ, ਤੇ ਸਾਹਿਬ ਕਿਰਪਾ ਕਰਦੇ, ਅੰਮ੍ਰਿਤ ਹਰਿ ਕਾ ਨਾਮ ਮੇਰੇ ਮਨ ਭਾਇਆ। ਨਾਮ ਮੀਠਾ ਮਨਹਿ ਲਾਗਾ। ਜਦੋਂ ਗੁਰੂ ਦਾ ਸ਼ਬਦ ਮਿੱਠਾ ਲੱਗਣ ਲੱਗ ਪਿਆ, ਗੁਰੂ ਦੇ ਸ਼ਬਦ ਵਿੱਚੋਂ ਰਸ ਆਉਣ ਲੱਗ ਪਿਆ, ਉੱਦਾਂ ਕਿਤੇ 4 ਜਣੇ ਬੈਠੇ ਹੁਣ ਗੱਲਾਂ ਕਰਦੇ ਹੋਣ ਤੇ
2-3 ਘੰਟੇ ਲੱਗ ਜਾਣ, ਫਿਰ ਵੀ ਜੇ ਬੰਦਾ ਕਵੇ ਵੀ ਚੰਗਾ ਚੱਲਦੇ, ਕਿਤੇ ਨਹੀਂ ਬਹਿ ਜਾ, ਵਾਹਵਾ ਦਿਲ ਜਿਹਾ ਲੱਗਾ ਸੀ। ਇਹਦਾ ਮਤਲਬ ਗੱਲਾਂ ਦੇ ਵਿੱਚੋਂ ਰਸ ਆ ਰਿਹਾ ਸੀ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਹੈ, ਜਿਹੜੇ ਪਰਮਾਤਮਾ ਨਾਲ ਪਿਆਰ ਕਰਨ ਵਾਲੇ, ਉਹਨਾਂ ਨੂੰ ਗੁਰੂ ਦੀ ਬਾਣੀ ਵਿੱਚੋਂ ਜਦੋਂ ਰਸ ਆਉਂਦਾ ਹੈ, ਉਹ ਕਹਿੰਦੇ ਹੋਰ ਬਾਣੀ ਪੜ੍ਹ ਲਈਏ, ਹੋਰ ਸ਼ਬਦ ਦੇ ਵਿੱਚੋਂ ਰਸ ਲੈ ਲਈਏ। ਅਤੇ ਜਿਵੇਂ ਜਿਵੇਂ ਗੁਰੂ ਦੇ ਸ਼ਬਦ ਵਿੱਚੋਂ ਰਸ ਆਉਣ ਲੱਗ ਪਿਆ, ਦੁੱਖ ਡੇਰਾ ਢਾਹਿਆ, ਫਿਰ ਦੁੱਖਾਂ ਦਾ ਡੇਰਾ ਚੁੱਕਿਆ ਗਿਆ, ਖਤਮ ਹੋ ਗਏ ਜ਼ਿੰਦਗੀ ਦੇ ਵਿੱਚੋਂ ਦੁੱਖ ਆਉਂਦੇ ਤੇ ਜ਼ਰੂਰ ਹੈ, ਪਰ ਮਹਿਸੂਸ ਨਹੀਂ ਕਰਦਾ, ਕਿਉਂਕਿ ਉਹਦੀ ਆਤਮਾ ਏਡੀ ਵੱਡੀ ਬਲਵਾਨ ਹੋ ਗਈ। ਹੁਣ ਕਿਤੇ ਉਂਗਲ ਦੇ ਵਿੱਚ ਚੀਰਾ ਆ ਜਾਵੇ ਤੇ ਬੰਦਾ ਤੜਫਦਾ ਹੈ, ਪਰ ਉਹਨਾਂ ਦੀ ਆਤਮਾ ਏਡੀ ਬਲਵਾਨ ਹੋ ਗਈ ਕਿ ਜਲਾਦ ਜਿਹੜਾ ਟੋਕੇ ਦੇ ਨਾਲ ਉਹਨਾਂ ਦਾ ਬੰਦ ਕੱਟਦਾ ਪਿਆ, ਕੋਈ ਪਰਵਾਹ ਹੀ ਕੋਈ ਨਹੀਂ। ਜਮੂਰਾਂ ਦੇ ਨਾਲ ਮਾਸ ਤੋੜੇ ਜਾ ਰਹੇ ਹੈ, ਉਹ ਬਾਣੀ ਪੜ੍ਹ ਰਹੇ ਨੇ, ਕੋਈ ਉਹਨਾਂ ਦੇ ਉੱਤੇ ਅਸਰ ਹੀ ਕੋਈ ਨਹੀਂ। ਰੂਹ ਦੇ ਵਿੱਚ ਲਪੇਟ ਕੇ ਉਹਨਾਂ ਨੂੰ ਸਾੜਿਆ ਜਾਂਦਾ, ਕਿਤੇ ਮਾੜਾ ਜਿਹਾ ਕਿਤੇ ਤਵਾ ਗਰਮ ਲੱਗ ਜਾਵੇ ਤੇ ਵੇਖੋ ਆਪਾਂ ਕਿਵੇਂ ਤੜਫਦੇ ਹਾਂ। ਪਰ ਜਿਹਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਨਾ, ਤੇ ਰੂਹ ਦਾ ਸੇਕ ਸਭ ਤੋਂ ਮਾੜਾ ਸੇਕ ਮੰਨਿਆ ਗਿਆ। ਜਿਹੜਾ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਿਆ, ਕਿਉਂਕਿ ਰੂਹ ਜਿਹੜਾ ਹੈ ਨਾ, ਇਹਨੂੰ ਜਦੋਂ ਆਪਾਂ ਸਰੀਰ 'ਤੇ ਲਪੇਟ ਕੇ ਅੱਗ ਲਾਉਣੀ ਹੈ, ਤੇ ਜਿੱਥੇ ਇਹਨੂੰ ਅੱਗ ਲੱਗਦੀ, ਇਹ ਨਾਲ ਹੀ ਓਨੀ ਚਮੜੀ ਜਿਹੜੀ ਹੈ ਉਹਨੂੰ ਥੱਲੇ ਪਿਘਲਾ ਕੇ ਤੇ ਥੱਲੇ ਸੁੱਟ ਦਿੰਦਾ ਹੈ। ਕਿੰਨਾ ਮਾੜਾ ਜਿਹੜਾ ਸੀ ਉਸ ਟਾਈਮ 'ਤੇ ਉਹ ਅੱਗ ਦਾ ਸੇਕ, ਵੀ ਭਾਈ ਸਤੀ ਦਾਸ ਦੀ ਉਹ ਜਦੋਂ ਰੂਹ ਨੂੰ ਅੱਗ ਲੱਗਦੀ ਹੈ, ਜਿੱਥੇ ਰੂਹ ਨਾਲ ਥੱਲੇ ਡਿੱਗਦਾ ਹੈ, ਨਾਲ ਹੀ ਉਹ ਮਾਸ ਦੀਆਂ ਬੋਟੀਆਂ ਵੀ ਸੜ ਕੇ ਥੱਲੇ ਡਿੱਗਦੀਆਂ। ਪਰ ਉਹ ਤੇ ਸ਼ਬਦ ਨਾਲ ਜੁੜਿਆ ਹੈ। ਜਲਾਦ ਹੈਰਾਨ ਹੈ, ਉੱਥੋਂ ਦੇ ਪ੍ਰਬੰਧਕ ਹੈਰਾਨ ਹੈ ਵੀ ਸਭ ਤੋਂ ਜ਼ਬਰਦਸਤ ਸਜ਼ਾ ਜਿਹੜੀ ਹੈ ਭਾਈ ਸਤੀ ਦਾਸ ਨੂੰ ਦਿੱਤੀ ਸੀ। ਅਸੀਂ ਤੇ ਸੋਚਿਆ ਸੀ ਵੀ ਤੜਫੇਗਾ, ਇੱਥੇ ਤੜਫੇਗਾ ਤੇ ਅਸੀਂ ਹੱਸਾਂਗੇ, ਮਖੌਲ ਕਰਾਂਗੇ ਵੀ ਤੈਨੂੰ ਸਿੱਖੀ ਦੇ ਵਿੱਚੋਂ ਕੀ ਮਿਲਿਆ ਹੈ, ਪਰ ਇਹ ਤੇ ਅਡੋਲ ਖੜਾ ਹੋਇਆ ਹੈ। ਕਿਤੇ ਸੁਭਾਵਕ ਕਿਤੇ ਗਰਮ ਤੇਲ ਥੋੜ੍ਹਾ ਜਿਹਾ ਪੈ ਜਾਵੇ ਤੇ ਬੰਦਾ ਕਿੰਨਾ ਭੁੜਕਦਾ ਹੈ, ਪਰ ਕਮਾਲ ਦੀ ਗੱਲ ਹੈ ਵੀ ਉਹ ਤੇ ਬਿਲਕੁਲ ਖੜਾ ਹੈ। ਖੜੇ ਦੇ ਸਰੀਰ ਨੂੰ ਰੂਹ ਲਪੇਟਿਆ, ਖੜੇ ਦੇ ਸਰੀਰ ਨੂੰ ਅੱਗ ਲਾਈ, ਜਿੱਥੇ ਜਲਾਦਾਂ ਨੇ ਖਿਲਾਰ ਦਿੱਤਾ ਉਹ 1 ਇੰਚ ਵੀ ਨਹੀਂ ਕਿਤੇ ਉੱਥੋਂ ਹਿੱਲਿਆ, ਬਿਲਕੁਲ ਅਡੋਲ ਸੁਰਤ ਟਿਕੀ ਹੋਈ ਹੈ, ਪਰਵਾਹ ਹੀ ਕੋਈ ਨਹੀਂ। ਕਿਉਂਕਿ ਸੁਰਤ ਇੰਨੀ ਤਕੜੀ ਹੋ ਗਈ, ਇੰਨੀ ਬਲਵਾਨ ਹੋ ਗਈ ਹੈ। ਸਰੀਰ ਨੂੰ ਦੁੱਖ ਆਉਂਦਾ ਹੈ, ਪਰ ਆਤਮਾ ਤਕੜੀ ਹੈ। ਇੱਥੇ ਸਾਡੀ ਆਤਮਾ ਕਮਜ਼ੋਰ ਹੈ, ਮਾੜਾ ਜਿਹਾ ਦੁੱਖ ਲੱਗੇ ਘਬਰਾ ਜਾਂਦੇ ਹੈ, ਮਾੜਾ ਜਿਹਾ ਕੋਈ ਕਸ਼ਟ ਆਉਂਦਾ ਹੈ ਤੇ ਡੋਲ ਜਾਂਦੇ ਹੈ। ਪਰ ਜਦੋਂ ਆਤਮਾ ਗੁਰੂ ਦੇ ਸ਼ਬਦ ਨਾਲ ਤਕੜੀ ਹੋ ਗਈ, ਬਲਵਾਨ ਹੋ ਗਈ, ਫਿਰ ਦੁੱਖ ਡੇਰਾ ਢਾਹਿਆ, ਦੁੱਖਾਂ ਦੇ ਡੇਰੇ ਖਤਮ ਹੋ ਗਏ, ਚੁੱਕੇ ਗਏ, ਫਿਰ ਪਰਵਾਹ ਕੋਈ ਨਹੀਂ। ਤੇ ਸਾਹਿਬ ਕਿਰਪਾ ਕਰਦੇ, ਸੁੱਖ ਮਨ ਮਹਿ ਆਏ ਵਸਿਆ। ਕਿਉਂਕਿ ਮਨ ਹੀ ਹੈ ਜਿਹੜਾ ਸਾਡਾ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਦਾ, ਸਰੀਰ ਨਹੀਂ ਕਰਦਾ। ਸਰੀਰ ਤੇ ਦੁੱਖ ਆਉਂਦਾ ਏ, ਉਹਨੂੰ ਮਹਿਸੂਸ ਕੌਣ ਕਰਦਾ ਹੈ? ਮਨ। ਸਰੀਰ ਦੇ ਉੱਪਰ ਕੋਈ ਰੋਗ ਹੈ, ਮਨ ਮਹਿਸੂਸ ਕਰਦਾ ਹੈ। ਚਿੰਤਾ ਕਿੱਥੇ ਹੈ? ਮਨ ਦੇ ਅੰਦਰ। ਜਦੋਂ ਡਾਕਟਰ ਚਿੰਤਾ ਤੋਂ ਰਹਿਤ ਕੋਈ ਮੈਡੀਸਨ ਦਿੰਦੀ ਹੈ, ਉਹ ਕਾਹਦੇ ਵਾਸਤੇ? ਵੀ ਇਹ ਸੌਂ ਜਾਵੇ, ਇਹਦਾ ਮਨ ਜਿਹੜਾ ਵਾ ਉਹ ਸੌਂ ਜਾਵੇ, ਟਿਕ ਜਾਵੇ, ਇਹਨੂੰ ਚਿੰਤਾ ਤੋਂ ਮੁਕਤ ਕੀਤਾ ਜਾਵੇ। ਸਾਡਾ ਮਾਈਂਡ ਜਿਹੜਾ ਵਾ ਉਹ ਚਿੰਤਾ ਦੇ ਵਿੱਚ ਹੈ। ਜਦੋਂ ਮਨ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ, ਜਦੋਂ ਮਨ ਦੇ ਅੰਦਰ ਗੁਰੂ ਦਾ ਗਿਆਨ ਵਸ ਗਿਆ, ਫਿਰ ਮਨ ਤਕੜਾ ਹੋ ਗਿਆ, ਮਨ ਬਲਵਾਨ ਹੋ ਗਿਆ, ਫਿਰ ਪਰਵਾਹ ਨਹੀਂ ਕੋਈ ਵੀ। ਤੇ ਸਾਹਿਬ ਕਿਰਪਾ ਕਰਦੇ, ਸੁੱਖ ਮਨ ਮੈਂ ਆਏ ਵਸਿਆ। ਜਿਹੜੇ ਮਨ ਦੇ ਵਿੱਚ ਅੱਗੇ ਚਿੰਤਾ ਸੀ, ਜਿਹੜਾ ਮਨ ਅੱਗੇ ਦੁੱਖ ਤੇ ਸੁੱਖ ਮਹਿਸੂਸ ਕਰਦਾ ਸੀ, ਉਸ ਮਨ ਦੇ ਵਿੱਚ ਆ ਕੇ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ ਵਸ ਗਿਆ। ਤੇ ਸਾਹਿਬ ਕਹਿੰਦੇ ਕਿਰਪਾ ਕਰਦੇ ਨੇ, ਜਾਮ ਤੈਂ ਫਰਮਾਇਆ, ਇਹ ਤੇਰੇ ਹੁਕਮ ਦੇ ਮੁਤਾਬਕ ਹੋਇਆ। ਜਦੋਂ ਤੇਰੇ ਹੁਕਮ ਨੂੰ ਉਹਨੇ ਮੰਨਣਾ ਸ਼ੁਰੂ ਕਰ ਦਿੱਤਾ। ਨਦਰ ਤੁਧ ਅਰਦਾਸ ਮੇਰੀ, ਅਰਦਾਸ ਮੈਂ ਕਰਨੀ ਹੈ, ਪਰ ਨਦਰ ਤੇਰੀ ਹੋਣੀ, ਬਖਸ਼ਿਸ਼ ਤੂੰ ਕਰਨੀ ਹੈ। ਹੁਣ ਅਰਦਾਸ ਆਪਾਂ ਕਰਦੇ ਹਾਂ, ਪਰ ਗੁਰੂ ਦੀ ਨਦਰ ਕਦੋਂ ਹੋਵੇਗੀ? ਜਦੋਂ ਅਸੀਂ ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦੇਵਾਂਗੇ। ਡਾਕਟਰ ਨੇ ਦਵਾਈ ਲਿਖ ਦਿੱਤੀ ਹੈ, ਕਿਰਪਾ ਕਦੋਂ ਹੋਵੇਗੀ? ਜਦੋਂ ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਹਨੇ ਵੇਖਿਆ ਵੀ ਆਹ ਰੋਗ ਹੈ, ਆਹ ਸਰੀਰ ਦੇ ਵਿੱਚ ਤੇਰੇ ਘਾਟ ਹੈ, ਉਹਨੇ ਉਹ ਮੈਡੀਸਨ ਲਿਖ ਦਿੱਤੀ ਹੈ। ਜਿਹੜੀ ਲਿਖੀ ਹੋਈ ਮੈਡੀਸਨ ਉਹ ਕਿਰਪਾ ਨਹੀਂ। ਕਿਰਪਾ ਉਦੋਂ ਹੋਣੀ ਜਦੋਂ ਖਾਣੀ ਸ਼ੁਰੂ ਕਰ ਦਿੱਤੀ, ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਅਰਦਾਸ ਇਹ ਗੁਰੂ ਦੀ ਲਿਖੀ ਹੋਈ ਦਵਾ ਹੈ। ਕਿਰਪਾ ਹੋਵੇਗੀ ਕਦੋਂ? ਜਦੋਂ ਉਸ ਅਰਦਾਸ ਦੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰ ਦਿੱਤਾ, ਗੁਰੂ ਦੀ ਰਜ਼ਾ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ।
ਗੁਰੂ ਦਾ ਭਾਣਾ ਜਦੋਂ ਮਿੱਠਾ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ, ਤੇ ਸਾਹਿਬ ਜੀ ਕਿਰਪਾ ਕਰਦੇ ਹੈ ਕਿ ਜਦੋਂ ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ, ਨਦਰ ਤੁਧ ਅਰਦਾਸ ਮੇਰੀ, ਅਰਦਾਸ ਮੈਂ ਕਰਨੀ ਹੈ, ਬਖਸ਼ਿਸ਼ ਤੁਸਾਂ ਕਰਨੀ ਹੈ, ਜਿਨ ਆਪ ਉਪਾਇਆ, ਕਿਉਂਕਿ ਤੂੰ ਆਪ ਹੀ ਤੇ ਪੈਦਾ ਕੀਤਾ ਹੈ, ਆਪ ਹੀ ਤੇ ਸਾਰਿਆਂ ਨੂੰ ਤੂੰ ਪਾਲਣ ਵਾਲਾ ਹੈ, ਆਪ ਹੀ ਪੈਦਾ ਕਰਨ ਵਾਲਾ ਹੈ। ਮੈਂ ਕੇਵਲ ਅਰਦਾਸ ਕਰ ਸਕਦਾ ਹੈ, ਪਰ ਬਖਸ਼ਿਸ਼ ਤੇਰੀ ਹੋਣੀ ਹੈ। ਤਾਂ ਮੈਂ ਕਹਿਆ ਕਹਿਣ ਜਾਂ ਤਾਂ ਤੁਝੇ ਕਹਾਇਆ। ਸਾਹਿਬ ਜੀ ਕਿਰਪਾ ਕਰਦੇ ਨੇ, ਇਹ ਜਿਹੜੇ ਬੋਲ ਨੇ ਇਹ ਤੁਸੀਂ ਆਪ ਹੀ ਕਿਰਪਾ ਕਰਕੇ ਮੇਰੇ ਮੁਖ ਦੇ ਵਿੱਚੋਂ ਕਢਵਾਏ ਨੇ। ਵਾਰੀ ਖਸਮ ਕਢਾਏ ਕਿਰਤ ਕਮਾਵਣਾ ਵਾਰੀ, ਇਹ ਮਨੁੱਖਾ ਜਨਮ ਦਾ ਜਿਹੜੀ ਤੈਨੂੰ ਵਾਰੀ ਮਿਲੀ ਹੈ, ਕਾਹਦੇ ਵਾਸਤੇ? ਸਾਹਿਬ ਜੀ ਕਿਰਪਾ ਕਰਦੇ ਹੈ, ਵਾਰੀ ਖਸਮ ਕਢਾਏ, ਇਹ ਤੈਨੂੰ ਮਨੁੱਖਾ ਜੀਵਨ ਦੀ ਵਾਰੀ ਮਿਲੀ ਹੈ, ਤਾਂ ਕਿ ਪਰਮਾਤਮਾ ਦਾ ਸਿਮਰਨ ਕਰਕੇ ਤੂੰ ਵਿਕਾਰਾਂ ਤੋਂ ਉੱਪਰ ਉੱਠ ਕੇ ਕਿਰਤ ਕਮਾਵਣਾ, ਕਰਤੇ ਨੇ ਜਿਹੜੀ ਤੈਨੂੰ ਕਿਰਤ ਦੱਸੀ ਹੈ, ਕਿਉਂਕਿ ਕਿਰਤ ਦੇ ਦੁਆਰਾ ਹੀ ਤੂੰ ਜਿਹੜਾ ਪਰਮਾਤਮਾ ਤੋਂ ਵਿਛੜਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ, ਕੀਤੇ ਹੋਏ ਕਰਮਾਂ ਦਾ ਕਰਕੇ ਸਾਡਾ ਵਿਛੋੜਾ ਪਿਆ ਹੈ। ਇਹ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਫਿਰ ਪਰਮਾਤਮਾ ਨੂੰ ਮਿਲਣ ਦੇ ਵਾਸਤੇ, ਇਹ ਵਾਰੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਵਾਰੀ ਤੈਨੂੰ ਮਿਲੀ ਹੈ। ਬਹੁ ਭਟਕਤ ਫਿਰਤ ਫਿਰਤ ਬਹੁਤੇ ਜੁਗਾਰਿਓ, ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਾਹੇ ਨਹੀਂ। ਭਟਕਦਿਆਂ ਭਟਕਦਿਆਂ ਬੜੇ ਜਨਮ ਲੰਘ ਗਏ, ਇਹ ਵਾਰੀ ਮਿਲੀ ਹੈ। ਇਸ ਵਾਰੀ ਦੇ ਅੰਦਰ ਪਰਮਾਤਮਾ ਦੀ ਦੱਸੀ ਹੋਈ ਕਿਰਤ ਨੂੰ ਕਮਾ, ਤੇ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਕਿਸੇ ਨੂੰ ਮੰਦਾ ਨਾ ਬੋਲ, ਮੰਦਾ ਬੋਲੇਗਾ ਝਗੜਾ ਪਵੇਗਾ। ਇਸ ਕਰਕੇ ਕਿਸੇ ਨੂੰ ਮੰਦਾ ਨਾ ਬੋਲ, ਨਹ ਪਾਏ ਝਗੜਾ ਸਵਾਮ ਸੇਤੀ ਆਪ ਆਪ ਵੰਜਾਵਣ। ਕਹਿੰਦੇ ਕਿਸੇ ਨਾਲ ਮੰਦਾ ਨਾ ਬੋਲ, ਪਰਮਾਤਮਾ ਦੇ ਹੁਕਮ ਨੂੰ ਮੰਨ, ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ, ਕਿਉਂਕਿ ਉਹਨੇ ਆਪ ਹੀ ਪੈਦਾ ਕੀਤਾ ਹੈ। ਤੇਰੇ ਕਰਮਾਂ ਦੇ ਮੁਤਾਬਕ ਹੀ ਜੋ ਵੀ ਦੁੱਖ ਸੁੱਖ ਤੈਨੂੰ ਦਿੱਤਾ ਹੈ। ਜਿਸ ਨਾਲ ਸੰਗਤ ਕਰ ਸਰੀਕੀ, ਤੇ ਸਾਹਿਬ ਕਿਰਪਾ ਕਰਦੇ, ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੁਆਵਣ, ਉਹਦੀ ਸੰਗਤ ਵਿੱਚ ਜਾ ਕੇ ਉਹਦੇ ਨਾਲ ਸਰੀਕਾ ਕਰੀ ਜਾਵੇ। ਰੱਬ ਦੇ ਨਾਲ ਸਰੀਕਾ ਕਾਹਦਾ ਹੈ? ਦੁਨੀਆਦਾਰੀ ਦੇ ਨਾਲ ਸਾਡਾ ਸਰੀਕਾ ਹੋ ਸਕਦਾ ਹੈ, ਕਈ ਵਾਰੀ ਰੱਬ ਨਾਲ ਵੀ ਸਰੀਕਾ ਕਰਕੇ ਬਹਿ ਜਾਣੇ ਵੀ ਨਹੀਂ ਮੈਂ ਨਹੀਂ ਗੁਰਦੁਆਰੇ ਜਾਣਾ, ਰੱਬ ਨੇ ਕੀ ਦਿੱਤਾ ਹੈ। ਰੱਬ ਨਾਲ ਸਰੀਕਾ ਕਰਨ ਦਾ ਕੋਈ ਲਾਭ ਨਹੀਂ। ਮੈਂ ਇੱਕ ਕਹਾਣੀ ਪੜ੍ਹਦਾ ਪਿਆ ਸੀ, ਕਹਿੰਦੇ ਜੁੜਵੇਂ ਬੱਚੇ ਪੈਦਾ ਹੋਏ, ਉਹਨਾਂ ਦੇ ਸਿਰ ਉੱਤੋਂ ਵੱਖੋ ਵੱਖਰੇ ਤੇ ਧੜ ਇੱਕ ਹੈ। ਸਿਰ ਜਿਹੜੇ ਸੀ ਉਹਨਾਂ ਦੇ ਵੱਖੋ ਵੱਖਰੇ ਹੈ, ਪਰ ਧੜ ਇੱਕ ਹੈ। ਇੱਕ ਦਾ ਦਿਮਾਗ ਜਿਹੜਾ ਵਾ ਉਹ ਗੁਰਮੁਖਾਂ ਵਾਲਾ ਹੈ, ਤੇ ਇੱਕ ਦਾ ਦਿਮਾਗ ਬ੍ਰੇਨ ਜਿਹੜਾ ਉਹ ਮਨਮੁਖਾਂ ਵਾਲਾ ਹੈ। ਥੋੜ੍ਹੇ ਵੱਡੇ ਹੋਏ, ਸੁਰਤ ਸਮਝ ਪਈ। ਜਿਹੜਾ ਗੁਰਮੁਖਾਂ ਵਾਲਾ ਸੀ ਉਹਨੇ ਹਰ ਵੇਲੇ ਰੱਬ ਦੇ ਅੱਗੇ ਅਰਦਾਸਾਂ ਕਰਿਆ ਕਰਨੀਆਂ ਕਿ ਪਰਮਾਤਮਾ ਇਹ ਕੋ ਸਾਡੇ ਕਰਮਾਂ ਦੀ ਸਾਨੂੰ ਸਜ਼ਾ ਦਿੱਤੀ ਹੈ। ਤੇ ਜਿਹੜਾ ਮਨਮੁਖਾਂ ਵਾਲਾ ਦਿਮਾਗ ਸੀ ਉਹਨੇ ਕਿਹਾ ਕਰਨਾ ਵੀ ਇਹ ਤੋਂ ਵੱਧ ਰੱਬ ਆਪਾਂ ਨੂੰ ਹੁਣ ਕੀ ਸਜ਼ਾ ਦੇ ਦੇਵੇਗਾ। ਆ ਸਜ਼ਾ ਇੱਕ ਤੇ ਦਿੱਤੀ ਆਪਾਂ ਨੂੰ, ਇਹ ਤੋਂ ਵੱਧ ਹੋਰ ਕਿਹੜੀ ਸਜ਼ਾ ਦੇਣੀ ਹੈ ਰੱਬ ਨੇ? ਕੋਈ ਰੱਬ ਰੂਪ ਹੈ ਨਹੀਂ ਗਾ। ਉਹਨੇ ਰੱਬ ਨੂੰ ਗਾਲਾਂ ਕੱਢਿਆ ਕਰਨੀਆਂ, ਮਾੜਾ ਬੋਲਿਆ ਕਰਨਾ, ਲੋਕਾਂ ਨੂੰ ਵੀ ਮੰਦਾ ਚੰਗਾ ਬੋਲਿਆ ਕਰਨਾ। ਤੇ ਜਿਹੜਾ ਉਹ ਗੁਰਮੁਖ ਦਿਮਾਗ ਸੀ ਉਹਨੇ ਕਿਹਾ ਕਰਨਾ ਵੀ ਨਹੀਂ ਭਲਿਆ, ਆਪਣੇ ਕਰਮਾਂ ਦਾ ਕੋਈ ਕਸ਼ਟ ਹੈ, ਕੋਈ ਆਪਾਂ ਕੋਈ ਕਰਮ ਇੱਦਾਂ ਦੇ ਕੀਤੇ ਹੈ, ਉਹਦਾ ਆਪਾਂ ਨੂੰ ਇਹ ਲੇਖਾ ਜਿਹੜਾ ਵਾ ਇਹ ਭੋਗਣਾ ਪੈਣਾ ਹੈ। ਪਰ ਦੂਜੇ ਨੇ ਰੱਬ ਨੂੰ ਗਾਲਾਂ ਕੱਢਿਆ ਕਰਨੀਆਂ ਵੀ ਕਿਹੜੇ ਰੱਬ ਦੀ ਗੱਲ ਕਰਦਾ, ਕੋਈ ਰੱਬ ਨਹੀਂ, ਇਹ ਤੋਂ ਵੱਧ ਰੱਬ ਹੋਰ ਸਜ਼ਾ ਵੀ ਕੀ ਦੇ ਦੇਵੇਗਾ। ਉਹ ਰੱਬ ਦਾ ਭਾਣਾ ਐਸਾ ਹੋਇਆ ਵੀ ਜਿਹੜਾ ਗੁਰਮੁਖ ਦਿਮਾਗ ਵਾਲਾ ਸੀ ਉਹਦੀ ਮੌਤ ਹੋ ਗਈ। ਹੁਣ ਡਾਕਟਰ ਕਹਿੰਦੇ ਵੀ ਜੇ ਇਹਨੂੰ ਕੱਟਿਆ ਤੇ ਨਾਲ ਇਹਦੀ ਵੀ ਮੌਤ ਹੋ ਜਾਣੀ ਹੈ। ਹੁਣ ਉਹਨੂੰ ਕੱਟਦੇ ਨਹੀਂ, ਉਹਦਾ ਸਰੀਰ ਜਿਹੜਾ ਸੀ ਉਹ ਗਲਣਾ ਸ਼ੁਰੂ ਹੋ ਗਿਆ, ਵਿੱਚ ਕੀੜੇ ਪੈ ਗਏ। ਉਹ ਮੁਸ਼ਕ ਲੋਕ ਲਾਗੇ ਨਾ ਲੱਗਣ ਦਿਆ ਕਰਨ। ਫਿਰ ਉਹਨੂੰ ਸੁਰਤ ਆਈ ਵੀ ਵਾਕਿਆ ਹੀ ਰੱਬ ਇਹ ਤੋਂ ਵੀ ਵੱਧ ਸਜ਼ਾ ਦੇ ਸਕਦਾ ਹੈ। ਇਸ ਕਰਕੇ ਉਹਦੇ ਹੁਕਮ ਦੇ ਵਿੱਚ ਜਿਹਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਉਹਦੀ ਸ਼ੁਕਰਾਨਾ ਹੀ ਕਰਨਾ ਚਾਹੀਦਾ। ਗੁਰੂ ਅਰਜਨ ਸਾਹਿਬ ਦਾ ਸੁਖਮਨੀ ਸਾਹਿਬ ਆਪਾਂ ਹਰ ਵੇਲੇ ਪੜ੍ਹਦੇ ਹਾਂ, ਅਤੇ ਮਹਾਰਾਜ ਨੇ ਵੇਖੋ ਸ਼ੁਕਰਾਨੇ ਦੀਆਂ ਗੱਲਾਂ ਕੀਤੀਆਂ ਕਿ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸਨੇਹੀ। ਜਿਹਨੇ ਕੰਚਨ ਵਰਗਾ ਸੋਹਣਾ ਸਰੀਰ ਦਿੱਤਾ, ਜਿਹਦੇ ਕੋਲ ਅੱਖਾਂ ਨਹੀਂ, ਬੰਦਾ ਸਾਰੀ ਦਿਹਾੜੀ ਮੋਬਾਇਲ 'ਤੇ ਵੇਂਹਦਾ ਰਹਿੰਦਾ ਹੈ, ਉਹਨੂੰ ਰੱਬ ਨਾ ਕਰੇ ਜੋਤ ਖਿੱਚ ਲਵੇ ਫਿਰ ਮੋਬਾਇਲ ਕਿੱਥੋਂ ਵੇਖ ਲਵੇਗਾ। ਸਾਰੀ ਦਿਹਾੜੀ ਉਂਗਲਾਂ ਮਾਰਦੇ ਰਹਿੰਦੇ ਹੈ। ਨਾ ਕਰੀਏ ਰੱਬ ਕੋਈ
ਇਹੋ ਜਿਹਾ ਕੋਈ ਰੋਗ ਲਾ ਦੇਵੇ, ਹੱਥ ਸੁੰਨ ਹੋ ਜਾਣ, ਪਾਸਾ ਮਾਰਿਆ ਜਾਵੇ, ਕਿੱਥੋਂ ਚਲਾ ਲਵੇਂਗਾ? ਜਿਹਨੇ ਸਰੀਰ ਦਿੱਤਾ ਏ, ਜਿਹਨੇ ਆ ਮਸ਼ੀਨਰੀ ਬਣਾਈ ਹੈ, ਉਹਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੈ। ਉਸ ਮਾਲਕ ਨੇ ਸ਼ੁਕਰ ਹੈ, ਉਹਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ, ਉਹਦੇ ਸ਼ੁਕਰਾਨੇ ਦੇ ਵਿੱਚ, ਉਹਦੇ ਸ਼ੁਕਰ ਦੇ ਵਿੱਚ ਜ਼ਿੰਦਗੀ ਨੂੰ ਗੁਜ਼ਾਰੀਏ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ, ਜਿਸ ਨਾਲ ਸੰਗਤ ਕਰ ਸਰੀਕੀ, ਇਸ ਕਰਕੇ ਉਸ ਰੱਬ ਦੇ ਨਾਲ ਕੋਈ ਸਰੀਕਾ ਨਾ ਕਰ, ਜਾਏ ਕਿਆ ਰੁਆਵਣਾ। ਜੇ ਉਹਦੇ ਨਾਲ ਹੀ ਸਰੀਕਾ ਕਰੇਗਾ ਤੇ ਕੱਲ ਨੂੰ ਰੋਵੇਂਗਾ ਕਿਹਦੇ ਅੱਗੇ ਜਾ ਕੇ? ਜੇ ਰੱਬ ਦੇ ਨਾਲ ਹੀ ਸਰੀਕਾ ਕਰੇਗਾ, ਕੋਈ ਦੁੱਖ ਆ ਗਿਆ, ਕੋਈ ਜ਼ਿੰਦਗੀ ਦੇ ਵਿੱਚ ਕਸ਼ਟ ਆ ਗਿਆ, ਫਿਰ ਰੋਵੇਗਾ ਕਿਹਦੇ ਅੱਗੇ, ਕਿਹਦੇ ਅੱਗੇ ਪੁਕਾਰ ਕਰੇਗਾ ਜਾ ਕੇ? ਇਸ ਕਰਕੇ ਉਹਦੇ ਨਾਲ ਸਰੀਕਾ ਨਾ ਕਰ। ਜੋ ਦੇ ਸਹਿਣਾ ਮਣੇ ਕਹਿਣਾ, ਜੋ ਪਰਮਾਤਮਾ ਨੇ ਤੈਨੂੰ ਦੁੱਖ ਸੁੱਖ ਦਿੱਤੇ, ਉਹਨੂੰ ਮਨ ਦੇ ਅੰਦਰ ਜਿਹੜਾ ਵਾ ਰੱਬ ਦਾ ਭਾਣਾ ਕਰਕੇ ਮੰਨ। ਜੋ ਦੇ ਸਹਿਣਾ ਮਣੇ ਕਹਿਣਾ, ਆਖ ਨਾ ਹੀ ਵਾਵਣਾ। ਇਸ ਕਰਕੇ ਆਪਣੇ ਮਨ ਦੇ ਵਿੱਚ ਕੋਈ ਮਾੜੇ ਲਫ਼ਜ਼ ਨਾ ਬੋਲ। ਵਾਰੀ ਖਸਮ ਕਢਾਏ ਕਿਰਤ ਕਮਾਵਣਾ। ਰੱਬ ਨੇ ਤੈਨੂੰ ਵਾਰੀ ਦਿੱਤੀ, ਮਨੁੱਖਾ ਜਨਮ ਦਿੱਤਾ ਹੈ, ਇਸ ਕਰਕੇ ਉਹਦਾ ਸਿਮਰਨ ਕਰਕੇ ਇਹਨੂੰ ਜੀਵਨ ਨੂੰ ਸਫਲ ਕਰ। ਸਭ ਉਪਾਇਨ ਆਪ ਆਪੇ ਨਦਰ ਕਰੇ। ਸਾਰੇ ਜੀਵ ਨੇ ਪੈਦਾ ਕੀਤੇ ਹੈ ਤੇ ਸਾਰਿਆਂ ਦੇ ਉੱਪਰ ਉਹਦੀ ਨਜ਼ਰ ਹੈ। ਕੌੜਾ ਕੋਈ ਨਾ ਮੰਗੇ, ਮੀਠਾ ਸਭ ਮੰਗੇ। ਹਰ ਬੰਦਾ ਗੁਰੂ ਦੇ ਕੋਲ ਆਪਾਂ ਆਏ ਹੈ। ਕੌੜੇ ਦਾ ਅਰਥ ਹੁੰਦਾ ਹੈ ਦੁੱਖ, ਤੇ ਮੀਠੇ ਦਾ ਅਰਥ ਹੁੰਦਾ ਹੈ ਸੁੱਖ। ਆਪਾਂ ਇੱਥੇ ਆ ਕੇ ਕੀ ਮੰਗਿਆ? ਸਾਰਿਆਂ ਨੇ ਮਿੱਠਾ ਹੀ ਮੰਗਿਆ ਹੈ ਨਾ, ਵੀ ਸੁੱਖ ਦੇ ਮਹਾਰਾਜ, ਮਿੱਠਾ ਮੰਗਦੇ ਆ। ਤੇ ਜਿਹੜਾ ਬੰਦਾ ਜ਼ਿਆਦਾ ਮਿੱਠਾ ਖਾਵੇ ਉਹਨੂੰ ਕੀ ਹੁੰਦਾ ਭਲਾ? ਉਹਨੂੰ ਫਿਰ ਸ਼ੂਗਰ ਹੀ ਹੁੰਦੀ ਹੈ ਨਾ। ਜਦੋਂ ਆਪਾਂ ਰੱਬ ਕੋਲੋਂ ਸੁੱਖ ਹੀ ਮੰਗੀ ਜਾਣੇ, ਸੁੱਖ ਹੀ ਦੇ ਸਾਨੂੰ, ਤੇ ਦੁੱਖ ਕਿੱਥੇ ਜਾਣਗੇ? ਸਾਹਿਬ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨ। ਬੰਦਾ ਬਹੁਤਾ ਸੁੱਖ ਵੀ ਰੱਬ ਦੇ ਦੇਵੇ ਨਾ, ਭੁੱਲ ਜਾਂਦਾ ਸਾਰਾ ਕੁਝ, ਵੀ ਨਹੀਂ ਆ ਤੇ ਆਪਣ ਨਜ਼ਾਰੇ ਆ ਜ਼ਿੰਦਗੀ ਦੇ, ਖਾਓ ਪੀਓ ਐਸ਼ ਕਰੋ। ਸਾਹਿਬ ਜੀ ਕਿਰਪਾ ਕਰਦੇ। ਇਸ ਕਰਕੇ ਕੌੜਾ ਕੋਈ ਨਾ ਮੰਗੇ। ਹਰ ਬੰਦਾ ਕੌੜਾ ਨਹੀਂ ਮੰਗਦਾ, ਦੁੱਖ ਨਹੀਂ ਮੰਗਦਾ, ਮੀਠਾ ਸਭ ਮੰਗੇ। ਸਾਰੇ ਸੁੱਖ ਮੰਗਦੇ ਨੇ। ਸਭ ਕੋਏ ਮੀਠਾ ਮੰਗ ਦੇਖੈ। ਮੰਗਦੇ ਸਾਰੇ ਆ ਕੇ ਇੱਥੇ ਮਿੱਠਾ ਹੀ ਆ, ਸੁੱਖ ਹੀ ਮੰਗਦੇ ਹੈ। ਪਰ ਖਸਮ ਭਾਵੈ ਸੋ ਕਰੈ। ਪਰ ਜਿਹੜੇ ਪ੍ਰਮਾਤਮਾ ਨੂੰ ਉਹ ਵੇਂਦਾ ਵੀ ਤੈਨੂੰ ਦੁੱਖ ਦੇਣਾ ਕਿ ਸੁੱਖ ਦੇਣਾ, ਤੇਰੇ ਕਰਮ ਹੈ ਕਿੱਦਾਂ ਦੇ ਹੈ, ਤੇਰੇ ਭਾਂਡੇ ਦੇ ਵਿੱਚ ਕਿੰਨੀ ਕੁ ਚੀਜ਼ ਪੈ ਸਕਦੀ ਹੈ। ਆਪਾਂ ਘਰ ਦੇ ਵਿੱਚ ਬਰਤਨ ਰੱਖੇ ਹੈ, ਤੇ ਹੁਣ ਕਿਲੋ ਦਾ ਬਰਤਨ ਹੋਵੇ ਤੇ 2 ਕਿਲੋ ਚੀਜ਼ ਥੋੜ੍ਹਾ ਕਦੀ ਪਾਈ ਦੀ ਉਹਦੇ ਵਿੱਚ। ਕਿਲੋ ਦੇ ਵਿੱਚ ਕਿਲੋ ਹੀ ਪਵੇਗੀ ਨਾ। ਰੱਬ ਨੂੰ ਪਤਾ ਹੈ ਕਿ ਕਿੰਨੇ ਕੁ ਦੇ ਵਿੱਚ ਤੂੰ ਸਮਾ ਸਕਦਾ ਹੈ। ਕਈ ਵਾਰੀ ਰੱਬ ਬਹੁਤਾ ਵੀ ਦੇ ਦੇਵੇ ਨਾ, ਤੇ ਬੰਦੇ ਤੋਂ ਝੱਲਿਆ ਨਹੀਂ ਜਾਂਦਾ, ਹੰਕਾਰੀ ਹੋ ਜਾਂਦਾ ਹੈ। ਇਸ ਕਰਕੇ ਉਹਨੇ ਓਨਾ ਕੀ ਦਿੱਤਾ ਹੈ, ਜਿੰਨਾ ਕੁ ਝੱਲ ਸਕਦਾ ਹੈ ਤੂੰ, ਜਿੰਨਾ ਕੁ ਸੰਭਾਲ ਸਕਦਾ ਹੈ। ਉਹਨੂੰ ਪਤਾ ਹੈ ਇੰਨੇ ਕੁ ਜੋਗਾ ਹੀ ਹੈ ਤੂੰ, ਇਹ ਤੋਂ ਵੱਧ ਸੰਭਾਲਣ ਜੋਗਾ ਨਹੀਂ। ਰੱਬ ਕਿਤੇ ਥੋੜ੍ਹਾ ਜਿਹਾ ਜ਼ਿਆਦਾ ਦੇ ਦੇਵੇ ਤੇ ਫਿਰ ਬੰਦੇ ਦੀਆਂ ਹੰਕਾਰ ਦੀਆਂ ਗੱਲਾਂ। ਮੈਂ ਰਾਤੀ ਬਾਣੀ ਪੜ੍ਹਦਿਆਂ ਸੋਚਦਾ ਪਿਆ ਸੀ ਵੀ ਕੋਈ ਸਾਨੂੰ ਕੋਈ ਸੱਚੀ ਗੱਲ ਕਵੇ ਨਾ, ਕੋਈ ਸਾਨੂੰ ਕਿਸੇ ਕੰਮੋਂ ਰੋਕੇ, ਕੋਈ ਸੱਚੀ ਗੱਲ ਕਵੇ। ਆਮ ਕਰਕੇ ਆਪਾਂ ਮਿੱਤਰਤਾ ਦੇ ਵਿੱਚ ਜਾਂ ਸਾਡੇ ਬਾਰੇ ਕੋਈ ਜਾਣਦਾ ਹੋਵੇ ਤੇ ਆਪਾਂ ਕਈ ਵਾਰੀ ਕਹਿੰਦੇ ਇਹਨੂੰ ਬੰਦੇ ਨੂੰ ਨੰਬਰ ਇਹਦਾ ਬਲੌਕ ਕਰ ਦਿਓ। ਆਪਾਂ ਬੰਦੇ ਦਾ ਨੰਬਰ ਤੇ ਬਲੌਕ ਕਰ ਦੇਵਾਂਗੇ ਵੀ ਇਹਨੂੰ ਪਤਾ ਹੀ ਨਾ ਲੱਗੇ ਵੀ ਸਾਡੇ ਨਾਲ ਕੋਈ ਗੱਲ ਹੀ ਨਾ ਕਰੇ। ਪਰ ਰੱਬ ਦੇ ਕੈਮਰੇ ਤੇ ਹਰ ਜਗ੍ਹਾ ਤੇ ਲੱਗੇ, ਉਹਨੂੰ ਕਿਵੇਂ ਬਲੌਕ ਕਰਾਂਗੇ? ਬੰਦਿਆਂ ਨੂੰ ਬਲੌਕ ਕਰ ਸਕਦੇ ਹੈ, ਪਰ ਰੱਬ ਨੂੰ ਕਿਵੇਂ ਬਲੌਕ ਕਰੋਗੇ? ਉਹਦਾ ਨੰਬਰ ਨਹੀਂ ਬਲੌਕ ਹੁੰਦਾ, ਉਹਨੇ ਸਾਡੇ ਨੰਬਰ ਬਲੌਕ ਕਰਦੇ ਨੇ ਜਿੱਦਣ ਕੀਤੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪਰਮਾਤਮਾ ਦੇ ਹੁਕਮ ਦੇ ਅੰਦਰ ਖਸਮ ਭਾਵੈ ਸੋ ਕਰੇ। ਜੋ ਉਹਨੂੰ ਭਾਉਂਦਾ ਏ ਉਹੀ ਕਰਦਾ ਏ। ਸਭ ਉਪਾਇਨ ਆਪ ਆਪੇ ਸਰਬ ਸਮਾਣਾ। ਸਾਹਿਬ ਜੀ ਕਿਰਪਾ ਕਰਦੇ ਨੇ। ਕਿਸ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲਨਾ ਸਮਸਰੇ। ਕੋਈ ਸੁੱਖਾਂ ਦੇ ਵਾਸਤੇ ਦਾਨ ਪੁੰਨ ਕਰਦਾ ਏ, ਕੋਈ ਤੀਰਥਾਂ ਦੇ ਉੱਪਰ ਜਾਂਦਾ ਏ, ਕੋਈ ਕੁਝ ਕਰਦਾ ਏ। ਸਾਹਿਬ ਜੀ ਕਿਰਪਾ ਕਰਦੇ। ਕਿਛ ਪੁੰਨ ਦਾਨ ਅਨੇਕ ਕਰਨੀ, ਅਨੇਕਾਂ ਤਰ੍ਹਾਂ ਦੇ ਦਾਨ ਪੁੰਨ ਕਰਦਾ ਏ। ਕਾਹਦੇ ਵਾਸਤੇ? ਮੈਨੂੰ ਸੁੱਖ ਮਿਲੇ। ਹੁਣ ਕੋਈ ਸਿਆਣਾ ਕਹਿ ਦਵੇ ਨਾ ਵੀ ਨਾਰੀਅਲ ਸਿਰ ਦੇ ਉੱਤੋਂ ਦੀ ਵਾਰ ਕੇ ਤੇ ਉਹ ਪਾਣੀ ਦੇ ਵਿੱਚ ਸੁੱਟ ਕੇ ਆਵੀਂ, ਤੇਰੇ ਦੁੱਖ ਦੂਰ ਹੋ ਜਾਣਗੇ। ਤੇ ਉਹ ਫਿਰ 150-200 ਦਾ ਨਾਰੀਅਲ ਲੈ ਕੇ ਉੱਤੇ 150-60 ਦਾ ਕੱਪੜਾ ਲਪੇਟ ਕੇ ਨਾਲ 101 ਰੁਪਈਆ ਉਹਨੇ ਕਿਹਾ ਉਹ ਲਪੇਟ ਕੇ ਉਹ ਪਾਣੀ 'ਚ ਰੋੜ ਆਉਣਾ ਹੈ। ਉਹ ਖਾਣਾ ਨਹੀਂ, ਖਾਦਿਆਂ ਤੇ ਹੋ ਸਕਦਾ ਥੋੜ੍ਹਾ ਬਹੁਤਾ ਕਿਤੇ ਅਸਰ ਕਰ ਦਿੰਦਾ, ਪਰ ਇਸ ਕਰਕੇ ਸੁੱਟ ਕੇ ਆਏ ਵੀ ਸ਼ਾਇਦ ਨਾਰੀਅਲ ਸਾਡੇ ਦੁੱਖ ਦੂਰ ਕਰ ਦੇਵੇ। ਤੇ ਜੇ ਇੱਕ ਨਾਰੀਅਲ ਸੁੱਟਣ ਦੇ ਨਾਲ ਪਾਣੀ ਦੇ ਵਿੱਚ ਦੁੱਖ ਦੂਰ ਹੁੰਦੇ ਹੋਣ, ਤੇ ਜਿਨ੍ਹਾਂ ਦੇ ਖੇਤ ਹੈ ਨਾਰੀਅਲ ਦੇ,
ਉਹ ਤੇ ਰੋਜ਼ ਦੇ 5-7 ਸੁੱਟ ਦਿਆ ਕਰਨ, ਕਦੇ ਦੁੱਖ ਜ਼ਿੰਦਗੀ 'ਚ ਆਵੇ ਹੀ ਨਾ ਉਹਨਾਂ ਨੂੰ। ਹੁਣ 5 ਕੁ ਮਿਰਚਾਂ ਪਾ ਕੇ ਵਿੱਚ ਨਿੰਬੂ ਪਾ ਕੇ ਆਪਾਂ ਕਹਿੰਦੇ ਜੀ ਨਜ਼ਰ ਨਹੀਂ ਲੱਗਦੀ, ਕਿਸੇ ਨੇ ਗੱਡੀ ਨਾਲ ਟੰਗੇ, ਕਿਸੇ ਨੇ ਦੁਕਾਨ 'ਤੇ ਟੰਗੇ ਆ। ਜੇ ਨਿੰਬੂ ਅਤੇ ਮਿਰਚਾਂ ਦੇ ਨਾਲ ਨਜ਼ਰ ਹਟਦੀ ਹੋਵੇ ਤਾਂ ਕਈਆਂ ਦੇ ਵਿਚਾਰੇ ਖੇਤਾਂ ਦੇ ਖੇਤ ਹੀ ਮਿਰਚਾਂ ਦੇ ਖਰਾਬ ਹੋ ਜਾਂਦੇ, ਉਹਨਾਂ ਨੂੰ ਕਿਹਦੀ ਨਜ਼ਰ ਲੱਗ ਗਈ ਹੈ। ਇਸ ਕਰਕੇ ਇਹ ਮਨ ਦੇ ਸਾਡੇ ਭੁਲੇਖੇ ਹੈ। ਸਾਹਿਬ ਜੀ ਕਿਰਪਾ ਕਰਦੇ, ਕਿਛ ਪੁੰਨ ਦਾਨ ਅਨੇਕ ਕਰਨੀ, ਨਾਮ ਤੁਲਨਾ ਸਮਸਰੇ। ਪਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਨਹੀਂ ਗਾ। ਪਰਮਾਤਮਾ ਦਾ ਸਿਮਰਨ ਕਰ, ਗੁਰੂ ਦੀ ਬਾਣੀ ਪੜ੍ਹ, ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿਲਿਆ, ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ, ਇਹਨਾਂ ਦੇ ਧੁਰੋਂ ਦਰਗਾਹੋਂ ਰੱਬ ਦੀ ਮਿਹਰ ਹੋ ਗਈ, ਕਿਰਪਾ ਹੋ ਗਈ। ਸਭ ਉਪਾਇਨ ਆਪ ਆਪੇ ਨਦਰ ਕਰੇ। ਸਾਰੇ ਜੀਵ ਨੇ ਪੈਦਾ ਕੀਤੇ ਹੈ ਅਤੇ ਸਾਰਿਆਂ 'ਤੇ ਉਹਦੀ ਨਦਰ ਹੈ, ਸਾਰਿਆਂ 'ਤੇ ਉਹਦੀ ਬਖਸ਼ਿਸ਼ ਹੈ। ਸਾਰਿਆਂ ਨੂੰ ਉਹਨੇ ਆਪਣੀ ਨਜ਼ਰ ਦੇ ਅੰਦਰ ਰੱਖਿਆ ਹੈ। ਉਹਦੇ ਕੈਮਰੇ ਦੇ ਅੰਦਰ ਹੀ ਸਾਰੇ ਜੀਵ ਚੱਲਦੇ ਹੈ। ਸਤਿਗੁਰੂ ਜੀ ਕਿਰਪਾ ਕਰਨ।